ਜਦੋਂ ਅਸੀਂ ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਨੂੰ ਪੜ੍ਹੀਏ, ਤੇ ਫਿਰ ਅਸੀਂ ਉਸ ਅਵਸਥਾ ਤੱਕ ਪਹੁੰਚ ਜਾਵਾਂਗੇ ਕਿ ਬੰਦੇ ਕੋਲ ਕੁਝ ਵੀ ਨਾ ਹੋਣ ਦੇ ਬਾਵਜੂਦ ਵੀ ਉਹ ਮਹਿਸੂਸ ਕਰਦਾ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ। ਸਾਹਿਬ ਕਹਿੰਦੇ ਉਹ ਛਾਪਰੀ ਵੀ ਚੰਗੀ ਹੈ ਜਿਸ ਛਪਰੀ ਦੇ ਵਿੱਚ ਬੈਠ ਕੇ, ਜਿਸ ਝੌਂਪੜੀ ਦੇ ਵਿੱਚ ਬੈਠ ਕੇ ਉਸ ਪਰਮਾਤਮਾ ਦੇ ਗੁਣ ਗਾਏ ਜਾਣ, ਜਿਸ ਕੁੱਲੀ ਵਿੱਚ ਬੈਠ ਕੇ ਰੱਬ ਦੇ ਗੁਣ ਗਾਏ ਜਾਣ, ਉਹ ਕੁੱਲੀ ਵੀ ਚੰਗੀ ਹੈ। ਪਰ ਦੂਸਰੇ ਪਾਸੇ ਕਿਤ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਧੌਲ ਹਰ, ਉਹ ਪੱਕੇ ਮਹਿਲ, ਕਹਿੰਦੇ ਉਹ ਪੱਕੇ ਮਹਿਲ ਵੀ ਕਿਸੇ ਕੰਮ ਦੇ ਨਹੀਂ ਜੇ ਜੀਵਨ ਦੇ ਵਿੱਚੋਂ ਪਰਮਾਤਮਾ ਹੀ ਭੁੱਲਿਆ ਰਹੇ। ਕਿਤ ਹੀ ਕਾਮ ਨਾ ਧੌਲ ਹਰ, ਜਿਤ ਹਰ ਬਿਸਰਾਏ। ਜੇ ਉਹਨਾਂ ਮਹਿਲਾਂ ਵਿੱਚ ਰਹਿ ਕੇ ਪਰਮਾਤਮਾ ਹੀ ਭੁੱਲਿਆ ਰਿਹਾ, ਸਾਹਿਬ ਕਹਿੰਦੇ ਕੀ ਫਾਇਦਾ ਉਹਨਾਂ ਪੱਕੀਆਂ ਮਹਿਲਾਂ ਦਾ। ਪਰ ਜਦੋਂ ਪਰਮਾਤਮਾ ਦੇ ਗੁਣ ਗਾਏ, ਉਦੋਂ ਬੰਦਾ ਕੱਚੀ ਝੁੱਗੀ ਦੇ ਵਿੱਚ ਬੈਠ ਕੇ, ਕੁੱਲੀ ਦੇ ਵਿੱਚ ਬੈਠ ਕੇ ਵੀ ਸੰਤੁਸ਼ਟ ਹੈ। ਉਹ ਕੁੱਲੀ ਦੇ ਵਿੱਚ ਬੈਠ ਕੇ ਵੀ ਇਹ ਮਹਿਸੂਸ ਕਰਦਾ ਕਿ ਮੇਰੇ ਕੋਲ ਸਭ ਕੁਝ ਹੈ, ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਭਗਤ ਕਬੀਰ ਸਾਹਿਬ ਜੀ, ਉਹਨਾਂ ਦੇ ਜੀਵਨ ਦੀ ਘਟਨਾ ਮਿਲਦੀ ਕਿ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਕੋਈ ਗੁਰਮੁਖ ਜਨ ਆਇਆ, ਕਬੀਰ ਸਾਹਿਬ ਜੀ ਦੀ ਮਹਿਮਾ ਵਡਿਆਈ ਸੁਣ ਕੇ, ਤੇ ਉਹਨਾਂ ਨੂੰ ਪਾਰਸ ਦੇ ਕੇ ਕਹਿੰਦਾ ਕਿ ਕਬੀਰ ਇਹ ਪਾਰਸ ਹੈ ਤੇ ਮੈਂ ਯਾਤਰਾਵਾਂ ਤੇ ਚੱਲਿਆ, ਤੇ ਇਹ ਤੂੰ ਪਾਰਸ ਆਪਣੇ ਕੋਲ ਰੱਖ ਲਾ। ਤੇ ਬਾਬਾ ਕਬੀਰ ਸਾਹਿਬ ਕੰਮ ਕਰ ਰਹੇ ਸੀ, ਕਹਿੰਦੇ ਕਿ ਅੰਦਰ ਰੱਖ ਦੇ ਕੁਟੀਆ ਦੇ ਵਿੱਚ, ਕੁੱਲੀ ਦੇ ਵਿੱਚ, ਝੁੱਗੀ ਦੇ ਵਿੱਚ। ਤੇ ਉਹ ਬਾਬਾ ਕਬੀਰ ਸਾਹਿਬ ਜੀ ਨੂੰ ਕਹਿੰਦਾ ਇਹ ਪਾਰਸ ਜਿਹੜਾ ਬੜਾ ਕੀਮਤੀ ਹੈ, ਇਹ ਕਿਸੇ ਵੀ ਧਾਤੂ ਨਾਲ ਟੱਚ ਹੋਵੇ ਤੇ ਉਹ ਸੋਨਾ ਬਣ ਜਾਂਦੀ ਹੈ, ਤੇ ਆ ਲੈ ਸੰਭਾਲ ਲਾ ਤੂੰ, ਮੈਂ ਤੇਰੇ ਕੋਲੋਂ ਆ ਕੇ ਲਵਾਂਗਾ। ਬਾਬਾ ਕਬੀਰ ਸਾਹਿਬ ਕਹਿੰਦੇ ਅੰਦਰ ਰੱਖ ਦੇ, ਜਿੱਥੇ ਰੱਖੇਗਾ ਆ ਕੇ ਲੈ ਲਈ। ਉਹ ਫਿਰ ਕੰਨਾਂ ਦੇ ਵਿੱਚ ਪਾਉਣਾ ਚਾਹੁੰਦਾ ਕਿ ਇਹਦੇ ਨਾਲ ਤੂੰ ਅਮੀਰ ਬਣ ਸਕਦਾ, ਧਨੀ ਬਣ ਸਕਦਾ, ਸੋਨਾ ਬਣਾ ਸਕਦਾ, ਤੂੰ ਜਿੰਨਾ ਮਰਜੀ। ਬਾਬਾ ਕਬੀਰ ਸਾਹਿਬ ਆਪਣੇ ਆਨੰਦ ਦੇ ਵਿੱਚ ਕੰਮ ਕਰ ਰਹੇ ਨੇ। ਹੁਣ ਕਈ ਮਹੀਨਿਆਂ ਬਾਅਦ ਉਹ ਵਾਪਸ ਆਇਆ ਤੇ ਰਸਤੇ ਵਿੱਚ ਉਹ ਸੋਚਦਾ ਪਿਆ ਕਿ ਜਾਂਦਿਆਂ ਨੂੰ ਕਬੀਰ ਬੜਾ ਅਮੀਰ ਬਣ ਗਿਆ ਹੋਏਗਾ, ਉਹਦੀ ਗਰੀਬੀ ਕੱਟੀ ਗਈ ਹੋਏਗੀ, ਉਹਦਾ ਹੋ ਸਕਦਾ ਮਹਿਲ ਵੀ ਸੋਨੇ ਦਾ ਬਣਾ ਲਿਆ ਹੋਵੇ, ਕਿਉਂਕਿ ਮੈਂ ਉਹਨੂੰ ਪਾਰਸ ਦੇ ਕੇ ਆਇਆ। ਪਰ ਜਦੋਂ ਆ ਕੇ ਕੀ ਦੇਖਿਆ ਕਿ ਬਾਬਾ ਕਬੀਰ ਸਾਹਿਬ ਉਸੇ ਤਰ੍ਹਾਂ ਹੀ ਕੰਮ ਆਪਣਾ ਕਰ ਰਹੇ ਨੇ, ਉਸੇ ਤਰ੍ਹਾਂ ਹੀ ਉਹਨਾਂ ਦੀ ਗਰੀਬੀ ਹੈ, ਉਸੇ ਤਰ੍ਹਾਂ ਹੀ ਝੁੱਗੀ ਹੈ। ਤੇ ਬਾਬਾ ਕਬੀਰ ਸਾਹਿਬ ਜੀ ਨੂੰ ਆ ਕੇ ਬੜੀ ਹੈਰਾਨੀ ਦੇ ਨਾਲ ਪੁੱਛਦਾ, ਕਹਿੰਦਾ ਉਹ ਪਾਰਸ ਕਿੱਥੇ ਹੈ? ਬਾਬਾ ਕਬੀਰ ਸਾਹਿਬ ਕਹਿੰਦੇ ਜਿੱਥੇ ਤੂੰ ਰੱਖ ਕੇ ਗਿਆ ਹੋਵੇਂਗਾ। ਔਰ ਹਕੀਕਤ ਸੀ, ਜਿਵੇਂ ਉਹ ਰੱਖ ਕੇ ਗਿਆ ਸੀ, ਜਿੱਥੇ ਉਹ ਰੱਖ ਕੇ ਗਿਆ ਸੀ ਉੱਥੇ ਦਾ ਉੱਥੇ ਪਿਆ ਸੀ। ਬਾਬਾ ਕਬੀਰ ਸਾਹਿਬ ਨੇ ਦੇਖਿਆ ਤੱਕ ਨਹੀਂ। ਹਾਰ ਕੇ ਕਹਿੰਦਾ ਕਬੀਰ ਤੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਪਾਰਸ ਹੈ, ਤੇਰੀ ਗਰੀਬੀ ਕੱਟੀ ਜਾਣੀ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਇਹਦੇ ਵਿੱਚ ਹੀ ਸੰਤੁਸ਼ਟ ਹਾਂ, ਜਿੱਥੇ ਮੈਨੂੰ ਪ੍ਰਮਾਤਮਾ ਨੇ ਰੱਖਿਆ, ਜੋ ਮੈਨੂੰ ਪ੍ਰਮਾਤਮਾ ਨੇ ਦਿੱਤਾ, ਮੈਂ ਉਹਦੇ ਵਿੱਚ ਸੰਤੁਸ਼ਟ ਹਾਂ। ਆ ਸੰਤੁਸ਼ਟੀ ਜਿਹੜੀ ਹੈ ਇਹ ਕਿਵੇਂ ਆਏਗੀ? ਪ੍ਰਮਾਤਮਾ ਦੀ ਸਿਫਤ ਸਲਾਹ ਵਡਿਆਈ ਗੁਰੂ ਦੇ ਕੋਲੋਂ ਸੁਣਨ ਦੇ ਨਾਲ ਉਹ ਸੰਤੁਸ਼ਟੀ ਆ ਜਾਏਗੀ। ਤੇ ਫਿਰ ਬੰਦਾ ਝੁੱਗੀ ਦੇ ਵਿੱਚ, ਝੌਂਪੜੀ ਦੇ ਵਿੱਚ ਬੈਠਾ ਹੋਇਆ ਵੀ ਸੰਤੁਸ਼ਟ ਹੈ। ਉਹ ਇਹ ਮਹਿਸੂਸ ਕਰਦਾ ਕਿ ਮੈਂ ਰਾਜਾ ਹਾਂ। ਪੜ੍ਹੋ ਨਾ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ। ਕਹਿੰਦੇ ਜੇ ਕਿਸੇ ਮਨੁੱਖ ਦੇ ਕੋਲ ਟੁੱਟੀ ਜੀ ਕੁੱਲੀ ਹੋਵੇ, ਕੁੱਲੀ ਦੇ ਵਿੱਚ ਰਹਿੰਦਾ ਹੋਵੇ, ਚੀਰ ਸਭ ਛਿੰਨਾ, ਉਹਦੇ ਕੱਪੜੇ ਵੀ ਪਾਟੇ ਹੋਣ, ਚੀਰ ਕਹਿੰਦੇ ਕੱਪੜਿਆਂ ਨੂੰ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਨਾ ਕੋਈ ਉਹਦੀ ਉੱਚੀ ਜਾਤ ਹੋਵੇ, ਨਾ ਕੋਈ ਉਹਦਾ ਇੱਜ਼ਤ ਮਾਣ ਕਰਦਾ ਹੋਵੇ। ਸਭ ਕਹਿੰਦੇ ਉਹ ਉਜਾੜ ਦੇ ਵਿੱਚ ਭਟਕਦਾ ਹੋਵੇ, ਉਦਿਆਨ ਪਰਮਿੰਨਾ, ਭਾਵ ਉਹਦਾ ਕੋਈ ਇੱਜ਼ਤ ਮਾਣ ਨਹੀਂ, ਉਹਦਾ ਹਰ ਪਾਸੇ ਉਜਾੜ ਹੀ ਉਜਾੜ ਆ। ਮਿੱਤਰ ਨਾ ਇਠ ਧਨ ਰੂਪਹੀਣ ਕਿਸ ਸਾਕ ਨਾ ਸਿੰਨਾ। ਕਹਿੰਦੇ ਨਾ ਕੋਈ ਉਹਦਾ ਪਿਆਰਾ ਮਿੱਤਰ ਹੋਵੇ, ਕਿਉਂਕਿ ਗਰੀਬ ਦਾ ਕੌਣ ਮਿੱਤਰ ਬਣਨਾ। ਸੁਖ ਮੈਂ ਆਨ ਬਹੁਤ ਮਿਲ ਬੈਠਤ ਨਾ। ਗਰੀਬ ਦਾ, ਐਸੀ ਅਵਸਥਾ ਵਾਲੇ ਦਾ ਵੀ ਜਿਹਦੀ ਝੌਂਪੜੀ ਵੀ ਟੁੱਟੀ ਹੋਏ,
ਜਿਹਦੇ ਕੱਪੜੇ ਪਾਟੇ ਹੋਣ, ਜਿਹਦੀ ਕੋਈ ਉੱਚੀ ਜਾਤ ਨਾ ਹੋਵੇ, ਜਿਹਦਾ ਕੋਈ ਇੱਜ਼ਤ ਸਤਿਕਾਰ ਨਾ ਹੋਵੇ, ਉਹਦੇ ਲਈ ਤੇ ਉਜਾੜ ਬਣਿਆ ਹੋਵੇ ਸੰਸਾਰ। ਇਹੋ ਜਿਹੇ ਦਾ ਮਿੱਤਰ ਕੌਣ? ਹਾਂ, ਬਣ ਸਕਦਾ ਕੋਈ ਇਹੋ ਜਿਹੇ ਦਾ ਮਿੱਤਰ, ਪਰ ਉਹ ਬਣ ਸਕਦਾ ਜਿਹੜਾ ਉਹਦੀ ਅਵਸਥਾ ਨੂੰ ਜਾਣਦਾ ਹੈ। ਮਿੱਤਰ ਨਾ ਇਠ ਧਨ ਰੂਪਹੀਣ, ਕਿਸ ਸਾਕ ਨਾ ਸਿੰਨਾ। ਕਹਿੰਦੇ ਨਾ ਕੋਈ ਉਹਦਾ ਪਿਆਰਾ ਮਿੱਤਰ ਹੋਵੇ, ਨਾ ਹੀ ਉਹਦੇ ਕੋਲ ਧਨ ਹੋਵੇ, ਨਾ ਉਹਦਾ ਕੋਈ ਵਿਸ਼ੇਸ਼ ਕੋਈ ਰੂਪ ਹੋਵੇ, ਨਾ ਕੋਈ ਸਾਕ ਭੈਣ ਉਹਦਾ ਮਦਦਗਾਰ ਹੋਵੇ। ਪਰ ਸਾਹਿਬ ਕਹਿੰਦੇ ਜੇ ਉਹਦੇ ਕੋਲ ਪਰਮਾਤਮਾ ਦਾ ਨਾਮ ਹੈ, ਰਾਜਾ ਸਗਲੀ ਸ੍ਰਿਸ਼ਟ ਕਾ। ਇੱਥੇ ਕੀ ਕਹਿੰਦੇ? ਸੁਣਿਆ ਸ਼ੇਖ ਪੀਰ ਪਾਤਸ਼ਾਹ, ਪਾਤਸ਼ਾਹ ਬਾਦਸ਼ਾਹ ਰਾਜਾ। ਸਾਹਿਬ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ। ਭਾਵੇਂ ਉਹਦੇ ਕੋਲ ਕੁਝ ਵੀ ਨਹੀਂ ਸੀ, ਪਾਟੇ ਕੱਪੜੇ ਸੀ, ਟੁੱਟੀ ਹੋਈ ਝੌਂਪੜੀ ਆ, ਪਰ ਸਾਹਿਬ ਕਹਿੰਦੇ ਉਹ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਰਾਜਾ ਮਹਿਸੂਸ ਕਰਦਾ। ਉਹ ਵੀ ਕਿਸੇ ਰਾਜ ਦਾ ਕਹਿੰਦੇ ਨਹੀਂ, ਸਗਲੀ ਸ੍ਰਿਸ਼ਟ ਕਾ, ਸਾਰੀ ਸ੍ਰਿਸ਼ਟੀ ਦਾ। ਪਰ ਕੌਣ? ਹਰ ਨਾਮ ਮਨ ਭਿੰਨਾ, ਜਿਹਦਾ ਪਰਮਾਤਮਾ ਦੇ ਨਾਮ ਦੇ ਨਾਲ ਮਨ ਭਿੱਜਾ ਰਹਿੰਦਾ ਹੈ। ਤਿਸ ਕੀ ਧੂੜ ਮਨ ਉਦਰੈ, ਪ੍ਰਭ ਹੋਏ ਸੋ ਪ੍ਰਸੰਨਾ। ਸਾਹਿਬ ਕਹਿੰਦੇ ਐਸੇ ਮਨੁੱਖਾਂ ਦੀ ਚਰਨ ਧੂੜੀ ਮੈਂ ਆਪਣੇ ਮਨ ਦੇ ਵਿੱਚ ਲੋਚਦਾ, ਤਾਂ ਕਿ ਉਹਨਾਂ ਦੀ ਧੂੜੀ ਲੈ ਕੇ ਮੇਰਾ ਮਨ ਵੀ ਉਧਰੈ, ਵਕਾਰਾਂ ਤੋਂ ਬਚ ਜਾਏ। ਪ੍ਰਭ ਹੋਏ ਸੋ ਪ੍ਰਸੰਨਾ, ਇਹੋ ਜਿਹਿਆਂ ਤੇ ਪਰਮਾਤਮਾ ਪ੍ਰਸੰਨ ਹੈ। ਇਹਦਾ ਮਤਲਬ ਉਹ ਟੁੱਟੀ ਹੋਈ ਝੌਂਪੜੀ ਦੇ ਵਿੱਚ ਵੀ ਪ੍ਰਸੰਨ ਹੈ, ਖੁਸ਼ ਹੈ। ਉਹ ਆਪਣੇ ਆਪ ਨੂੰ ਰਾਜਾ ਸਗਲੀ ਸ੍ਰਿਸ਼ਟ ਕਾ, ਆਪਣੇ ਆਪ ਨੂੰ ਰਾਜਾ ਸਮਝ ਰਿਹਾ, ਰਾਜਾ ਮੰਨ ਰਿਹਾ। ਸਾਹਿਬ ਜੀ ਕਹਿੰਦੇ ਸੁਣਿਆ ਸ਼ੇਖ ਪੀਰ ਪਾਤਸ਼ਾਹ। ਪਰਮਾਤਮਾ ਦੀ ਸਿਫਤ ਸਲਾਹ ਨੂੰ ਸੁਣ ਕੇ ਉਹ ਸ਼ੇਖਾਂ, ਪੀਰਾਂ, ਬਾਦਸ਼ਾਹਾਂ, ਰਾਜਿਆਂ ਵਾਲੀ ਜਿਹੜੀ ਅਵਸਥਾ ਹੈ ਉਹ ਬਣ ਜਾਂਦੀ ਹੈ। ਸੁਣਿਆ ਅੰਧੇ ਪਾਵੇਂ ਰਾਹ। ਅੰਧੇ ਜਿਹੜੇ ਅੰਨੇ ਹੋਏ ਮਨੁੱਖ ਨੇ, ਜਿਵੇਂ ਦੁਨਿਆਵੀ ਤੌਰ 'ਤੇ ਕੋਈ ਅੰਨਾ ਹੋਵੇ ਨਾ, ਉਹਨੂੰ ਆਵਾਜ਼ ਮਾਰੋ ਤੇ ਉਹ ਆਵਾਜ਼ ਨੂੰ ਸੁਣ ਕੇ ਤੇ ਆਵਾਜ਼ ਦੀ ਸੇਧ ਉੱਤੇ ਆਈ ਜਾਏਗਾ, ਸਿੱਧਾ ਹੋ ਸਕਦਾ ਪਹੁੰਚ ਜਾਏ। ਸਭ ਕਹਿੰਦੇ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਸੁਣੀਏ ਤੇ ਜਿਹੜੇ ਅਗਿਆਨਤਾ ਵਿੱਚ ਅੰਨੇ ਹੋਏ ਮਨੁੱਖ ਨੇ ਉਹ ਪਰਮਾਤਮਾ ਤੱਕ ਪਹੁੰਚ ਜਾਂਦੇ ਨੇ, ਉਹ ਪਰਮਾਤਮਾ ਤੱਕ ਪਹੁੰਚ ਕਰ ਲੈਂਦੇ ਨੇ। ਕੌਣ? ਜਿਹੜੇ ਅਗਿਆਨਤਾ ਵਿੱਚ ਅੰਨੇ ਹੋਏ ਸੀ ਪਹਿਲਾਂ। ਸੁਣਿਆ ਅੰਧੇ ਪਾਵੇਂ ਰਾਹ, ਅੰਧੇ ਅੰਨੇ ਪਾਵੇਂ ਪਾ ਲੈਂਦੇ ਨੇ, ਇੱਥੇ ਬਹੁ ਵਚਨ ਹੈ, ਪਾ ਲੈਂਦੇ ਨੇ ਰਾਹ, ਰਾਹ ਰਸਤਾ। ਹੁਣ ਇੱਕ ਤੇ ਇੱਥੇ ਮੈਂ ਬੇਨਤੀ ਕਰਾਂਗਾ ਕਿ ਇਹਨੂੰ ਰਾਹੋ ਨਹੀਂ ਪੜ੍ਹਨਾ, ਇਹਨੂੰ ਰਾਹ ਪੜ੍ਹਿਆ ਜਾਏਗਾ। ਕਿਉਂ? ਕਿਉਂਕਿ ਇਹ ਨਾਉਨ ਵੀ ਹੈ, ਪੁਲਿੰਗ ਵੀ ਹੈ ਔਰ ਇੱਕ ਵਚਨ ਵੀ ਹੈ। ਕਈ ਵੀਰ ਕਹਿੰਦੇ ਕਿ ਨਹੀਂ ਇਹਨੂੰ ਰਾਹੋ ਪੜ੍ਹਨਾ ਚਾਹੀਦਾ, ਫਿਰ ਅੱਗੇ ਅਸਗਾਹੋ ਪੜ੍ਹਨਾ ਚਾਹੀਦਾ। ਨਹੀਂ, ਵਿਆਕਰਣ ਦੇ ਅਨੁਸਾਰ ਇਹ ਨਾਉਨ ਹੋਣ ਕਰਕੇ, ਪੁਲਿੰਗ ਹੋਣ ਕਰਕੇ ਔਰ ਇੱਕ ਵਚਨ ਹੋਣ ਕਰਕੇ ਇੱਥੇ ਜਿਹੜੀ ਰਾਹ ਨੂੰ ਔਂਕੜ ਆਈ ਹੈ। ਰਾਹ ਦਾ ਅਰਥ ਹੈ ਰਸਤਾ। ਅਸੀਂ ਦੁਨਿਆਵੀ ਬੋਲੀ ਦੇ ਵਿੱਚ ਵੀ ਇਹੋ ਕਹਿੰਦੇ ਕਿ ਆਹ ਰਾਹ ਉਸ ਜਗ੍ਹਾ ਨੂੰ ਜਾਂਦਾ ਹੈ। ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਆਹ ਰਾਹ ਉਸ ਜਗ੍ਹਾ 'ਤੇ ਪਹੁੰਚਦਾ ਹੈ। ਰਾਹ ਸ਼ਬਦ ਹੀ ਵਰਤਿਆ ਜਾਂਦਾ। ਇੱਥੇ ਜਿਹੜੀ ਔਂਕੜ ਆਈ ਆ ਇਹ ਪੜ੍ਹਨ ਵਾਸਤੇ ਨਹੀਂ ਆਈ, ਇਹ ਉਚਾਰਨ ਵਾਸਤੇ ਨਹੀਂ ਆਈ, ਇਹ ਵਿਆਕਰਣ ਦੇ ਤੌਰ 'ਤੇ ਆਈ ਕਿ ਇਹ ਇੱਕ ਵਚਨ ਦੀ ਗੱਲ ਹੈ, ਇਹ ਪੁਲਿੰਗ ਦੀ ਗੱਲ ਹੈ, ਇਹ ਨਾਉਨ ਦੀ ਗੱਲ ਹੈ। ਇਸ ਕਰਕੇ ਇੱਥੇ ਰਾਹ ਨੂੰ ਔਂਕੜ ਆਈ ਹੋਈ ਹੈ।